NKN TV ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ। ਜਿਵੇਂ ਪੂਰੇ ਭਾਰਤ ਦੇ ਅੰਦਰ ਕਾਲਾ ਕਾਨੂੰਨ ਜੋ ਲਿਆਂਦਾ ਸਰਕਾਰ ਨੇ ਖੇਤੀ ਦੇ ਸੰਬੰਧ ਦੇ ਵਿੱਚ, ਉਹਦੇ ਵਿਰੋਧ 'ਚ ਸਾਰੇ ਭਾਰਤ ਦੇ ਲੋਕ ਇਕੱਠੇ ਨੇ। ਕਿਸਾਨ ਮਜ਼ਦੂਰ ਏਕਤਾ ਦੇ ਝੰਡੇ ਹੇਠ ਧਰਨੇ ਦਿੱਤੇ ਜਾ ਰਹੇ ਨੇ। ਅੱਜ ਵੀ ਵੱਡਾ ਪ੍ਰੋਟੈਸਟ ਕੀਤਾ ਜਾ ਰਿਹਾ। ਚੱਕਾ ਜਾਮਾ 12 ਤੋਂ 3 ਵਜੇ ਤੱਕ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਕਾਲ ਸੀ ਤੇ ਅੱਜ ਲੋਕਾਂ ਨੇ ਜਾਮ ਲਾਏ ਹੋਏ ਨੇ। ਮੇਰੇ ਨਾਲ ਨੇ ਇਸ ਵੇਲੇ कांति मोहन सरपंच मुठड्डा कलां तो। आओ जानकारी ये लवांगे कि जो देश का संविधान है बाबा साहब भीमराव डॉक्टर अंबेडकर जी द्वारा लिखिया गया वो अज तक किन्ना क लागू होया, उहदे विच किन्नी क वारी सोध हो चुकी है। जे लागू नहीं होया तो अज तक बराबरता इसे करके नहीं है। सब तो पहला जय भीम जय भारत। सरपंच साहब जय भीम जय भारत। की कहना चाहूँगे कि जो संविधान देश आज़ाद होने तो बाद देश दे विच जिहड़ा लागू होया सी 26 जनवरी 1949 नूं आपां मना के भी हटे हैं 26 जनवरी, पर बाबा साहब की गल किते नहीं हुई, संविधान की गल किते नहीं हुई। वो संविधान लागू ही नहीं होया अज तक। किन्ना क लागू होया और किन्नी क वारी इहदे विच सोध हो चुकी, सोध होनी किन्नी क जरूरी सी। जे हुण सोध होण दी गल आई तो सारे लोग मैदान दे विच आए ने। जे किते पहले ही मैदान दे विच आए हुंदे शायद अज आ दिन ना देखना पैंदा। तो लोग जिहड़े लीडर जिहड़े बार बार सोध करदे ने उन्हां दे भी कंन ते जू सरकदी कि लोकां ने मैदान च आ जाना। असल च डॉक्टर बाबा साहब बी आर अंबेडकर जी ने जदों ये संविधान लिखिया सी उन्होंने कहा सी कि ये संविधान जिहड़ा आ अगर तो ये ईमानदार लोगों के हत्थ विच आया तो ये संविधान जिहड़ा आ बिल्कुल लोक हितैषी आ। लोगों के हितों दीआं इहदे विच जिहड़ियां सारे कानून बनाए गए आ, बराबरता रहेगी और सब धर्मां नूं बराबर सन्मान दिता भी गया और चल भी रहा सी 70 साल तो। लेकिन जदों ही यह बेईमान लोगों के हत्थ आया, पोलीटिकल पार्टियां के हत्थ आया, उन्होंने इनू अपने तरीके नाल तरोड़ मरोड़ के मेरे ख्याल 103-4 बार इहदे विच सोध कीती आ। इनू ही ओह हिंदू राष्ट्र का नाम असल च उन्होंने देना कि मतलब असी अपने तरीके दे जिहड़े इहदे विच सोधां करके जिहड़ा असी संविधान नूं जिहड़ा दरकिनार करिए। लेकिन ਜਿਹੜੇ ਸਾਡੇ ਭਾਰਤ ਦੇ ਲੋਕ ਐ ਐਸੀ ਭਾਈਚਾਰੇ ਦੇ ਲੋਕ ਆ ਜਾਂ ਪਛੜੀਆਂ ਸ਼੍ਰੇਣੀਆਂ ਦੇ ਬਹੁਤ ਸਾਰੇ ਲੋਕ ਆ, ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਜੀ ਦੇ ਨਾਲ ਜੁੜੀਆਂ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੇ ਤਾਂ ਇਸ ਸੰਵਿਧਾਨ ਤੋਂ ਅਵੇਅਰ ਸੀਗੇ, ਜਿਹੜੇ ਜਾਗਰਤ ਸੀਗੇ, ਜਿਨ੍ਹਾਂ ਨੇ ਪੜ੍ਹਿਆ ਸੀ, ਉਹ ਕਾਫੀ ਦੇਰ ਤੋਂ ਇਸ ਗੱਲ ਦੇ ਸ਼ੋਰ ਜਿਹੜਾ ਉਹਨਾਂ ਨੇ ਮਚਾਇਆ ਸੀ। ਅੱਜ ਵੱਡੇ ਪੱਧਰ ਤੇ ਸੰਘਰਸ਼ ਹੋਣ ਦਾ ਕਾਰਨ ਇਹ ਵੀ ਹੈ ਕਿ ਬਹੁਤ ਸਾਰੇ ਲੋਕਾਂ ਨੇ, ਬਹੁਤ ਸਾਰੇ ਵਰਗਾਂ ਨੇ ਭਾਰਤ ਦੇ ਸੰਵਿਧਾਨ ਨੂੰ ਮਾਨਤਾ ਨਹੀਂ ਦਿੱਤੀ। ਇਹ ਜਿਹੜੇ ਧਰਨੇ ਆ, ਜਿਹੜੇ ਪ੍ਰਦਰਸ਼ਨ ਆ, ਜਿਹੜਾ ਐਡਾ ਲੰਬਾ ਸੰਘਰਸ਼ ਚੱਲ ਰਿਹਾ, ਇਹ ਵੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਕਾਨੂੰਨ ਬਣਾਇਆ ਸੀ ਕਿ ਹਰ ਨਾਗਰਿਕ ਨੂੰ ਆਪਣੇ ਹੱਕਾਂ ਲਈ ਲੜਨ ਦਾ, ਜੂਝਣ ਦਾ, ਸੰਘਰਸ਼ ਕਰਨ ਦਾ ਅਧਿਕਾਰ ਹੈ। ਵੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੁਆਰਾ ਸੰਵਿਧਾਨ ਦੇ ਵਿੱਚ ਜਿਹੜਾ ਸਪੈਸ਼ਲ ਦਰਜ ਜਿਹੜਾ ਕੀਤਾ ਗਿਆ ਸੀ। ਇਹੀ ਕਾਰਨ ਆ ਕਿ ਇੰਨੇ ਵੱਡੇ ਪੱਧਰ ਤੇ ਲੋਕ ਜਿਹੜੇ ਆ ਖੇਤੀ ਕਾਨੂੰਨਾਂ ਦਾ, ਹੁਣ ਕਿਰਤੀ ਕਾਨੂੰਨਾਂ ਦਾ ਵੀ, ਬਿਜਲੀ ਸੋਧ ਬਿੱਲਾਂ ਦਾ ਹੁਣ ਵਿਰੋਧ ਕਰਨ ਦੇ ਲਈ ਜਿਹੜਾ ਆ ਚੱਲ ਰਿਹਾ। ਵੱਡਾ ਕਾਰਨ ਇਹ ਰਿਹਾ ਕਿ ਚਾਹੇ ਇਹਨੂੰ ਆਪਾਂ ਜਨਰਲ ਕੈਟਾਗਰੀਆਂ ਕਹਿ ਲਈਏ, ਚਾਹੇ ਇਹਨੂੰ ਆਪਾਂ ਦੂਜੇ ਕੋਈ ਹੋਰ ਵਰਗਾਂ ਦਾ ਕਹਿ ਲਈਏ, ਉਹਨਾਂ ਨੇ ਸੰਵਿਧਾਨ ਦਾ ਅਧਿਐਨ ਨਹੀਂ ਕੀਤਾ, ਸੰਵਿਧਾਨ ਨੂੰ ਪੜ੍ਹਿਆ ਨਹੀਂ, ਸੰਵਿਧਾਨ ਨੂੰ ਸਮਝਿਆ ਨਹੀਂ। ਸੰਵਿਧਾਨ ਉਹਨਾਂ ਲਈ ਸੀ। ਸੰਵਿਧਾਨ ਨੂੰ ਨਾ ਪੜ੍ਹਨ ਕਾਰਨ ਜਿਹੜਾ ਅੱਜ ਇਹ ਜਿਹੜਾ ਮਾਹੌਲ ਜਿਹੜਾ ਆ ਅੱਜ ਸਿਰਜ ਹੋਇਆ ਆ, ਇਹਦਾ ਕਾਰਨ ਇਹੀ ਆ ਕਿ ਅਸੀਂ ਸਾਨੂੰ ਦਿੱਤੇ ਹੋਏ ਹੱਕਾਂ ਤੋਂ ਜਾਣੂ ਹੀ ਨਹੀਂ ਸੀ ਕਿ ਸਾਡੇ ਹੱਕ ਕੀ ਆ, ਸਾਡੇ ਰਾਈਟ ਕੀ ਆ, ਸਾਡੇ ਧਰਮ ਕੀ ਆ। ਤੋ ਇਸ ਤਰ੍ਹਾਂ ਨਾਲ ਜਿਹੜੇ ਬੇਈਮਾਨ ਲੋਕ ਆ ਉਹ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ, ਪੋਲੀਟੀਕਲ ਪਾਰਟੀਆਂ ਦੇ ਲੋਕ, ਚਾਹੇ ਉਹ ਕਾਂਗਰਸ ਸਰਕਾਰ ਹੋਵੇ, ਚਾਹੇ ਅਕਾਲੀ ਦਲ ਹੋਣ, ਚਾਹੇ BJP ਹੋਵੇ, ਉਹਨਾਂ ਨੇ ਲੋਕਾਂ ਨੂੰ ਆਪਣੇ ਤਰੀਕੇ ਨਾਲ ਉਲਝਾਇਆ। ਕੀ ਕਹਿਣਾ ਚਾਹੋਗੇ ਕਿ ਤੁਸੀਂ ਜਿਹੜੇ ਇਸ ਸੰਵਿਧਾਨ ਦੀ ਕਾਨੂੰਨਾਂ ਦੀ ਜਾਣਕਾਰੀ ਦੇ ਬਾਰੇ ਇਹ ਬੱਚਿਆਂ ਦੇ ਸਿਲੇਬਸ ਦੇ ਵਿੱਚ ਪਹਿਲੀ ਕਲਾਸ ਤੋਂ ਹੋਣਾ ਸ਼ੁਰੂ ਹੋਵੇ ਤਾਂ ਕਿ ਲੋਕਾਂ ਨੂੰ, ਦੇਸ਼ ਦੇ ਲੋਕਾਂ ਨੂੰ ਕਾਇਦਾ ਕਾਨੂੰਨ ਦਾ ਪਤਾ ਲੱਗ ਸਕੇ? ਦੇਖੋ, ਮੈਂ ਪਹਿਲਾਂ ਵੀ ਕਿਹਾ ਵੀ ਅਗਰ ਸਰਕਾਰਾਂ ਬੇਈਮਾਨ ਨਾ ਹੁੰਦੀਆਂ, ਅਗਰ ਸਰਕਾਰਾਂ ਜਿਹੜੀਆਂ ਸੰਵਿਧਾਨ ਨੂੰ ਮੰਨਦੀਆਂ ਜਾਂ ਸੰਵਿਧਾਨ ਨੂੰ ਕੋਈ ਮਾਨਤਾ ਦਿੰਦੀਆਂ ਤਾਂ ਅੱਜ ਤੋਂ 60-70 ਸਾਲ ਪਹਿਲਾਂ ਤੋਂ ਹੀ ਇਹ ਸਿਲੇਬਸ 'ਚ ਚਾਹੀਦਾ। ਤੁਸੀਂ ਇੱਕ ਦੇਸ਼ ਦੇ ਅੰਦਰ ਰਹਿ ਰਹੇ ਆ, ਤੁਹਾਡੇ ਬੱਚਿਆਂ ਨੂੰ ਅੱਜ ਤੱਕ ਇਹ ਨੌਲੇਜ ਨਹੀਂ ਕਿ ਕਿਹੜੀ ਸੰਵਿਧਾਨ ਦੀ ਧਾਰਾ ਦੇ ਤਹਿਤ ਅਸੀਂ ਪੜ੍ਹ ਰਹੇ ਆ। ਜਿਹੜੀ ਸਿੱਖਿਆ ਆ ਉਹ ਸਰਕਾਰ ਦਾ ਦੇਣਾ, ਸਰਕਾਰ ਨੂੰ ਸਾਨੂੰ ਦੇਣਾ ਸਰਕਾਰ ਦੀ ਡਿਊਟੀ ਆ। ਅੱਜ ਦੇ ਕਿਸੇ ਬੱਚੇ ਨੂੰ ਪੁੱਛ ਕੇ ਦੇਖ ਲਓ, ਪਤਾ ਜਿਹੜੀ ਸਿਹਤ ਸਹੂਲਤਾਂ ਆ ਉਹ ਸਾਨੂੰ ਸਰਕਾਰ ਨੂੰ ਦੇਣੀਆਂ ਜਿਹੜੀਆਂ ਪਹਿਲ ਦੇ ਆਧਾਰ ਤੇ ਜਿਹੜੀਆਂ ਉਹ ਸੰਵਿਧਾਨ ਅਕੋਰਡਿੰਗ ਜਿਹੜੀਆਂ ਹੈਗੀਆਂ। ਲੇਕਿਨ ਅੱਜ ਬੱਚਿਆਂ ਨੂੰ ਪਤਾ ਨਹੀਂ। ਬੱਚਿਆਂ ਨੂੰ ਛੱਡੋ, ਅੱਜ ਕੱਲ੍ਹ ਸਾਡੇ ਵਰਗੇ ਲੋਕਾਂ ਦੀ, ਸੰਵਿਧਾਨ ਨੂੰ ਮੰਨਣ ਵਾਲੇ ਲੋਕਾਂ ਦੀ ਪੇਸ਼ ਹੀ ਨਹੀਂ ਜਾਣ ਦਿੱਤੀ ਲੋਕਾਂ ਨੇ। ਜਿਹੜਾ ਵੀ ਕੋਈ ਲੀਡਰ ਹੋਇਆ ਉਹਦੇ ਪੈਰਾਂ ਨੂੰ ਫੜਦੇ ਰਹੇ,
ਜਿਹੜਾ ਕੋਈ ਲੀਡਰ ਤੋਂ ਆਪਣੇ ਕੰਮ ਕਰਾਉਣ ਵਾਸਤੇ ਉਹ ਸਾਡਾ ਸੇਵਕ ਸੀ। ਸਾਹਿਬ ਕਾਂਸ਼ੀ ਰਾਮ ਬਸਪਾ ਸੰਸਥਾਪਕ ਉਹ ਕਹਿੰਦੇ ਹੁੰਦੇ ਸੀ ਕਿ ਸਾਹਮਣੇ ਕੁਰਸੀ ਤੇ ਬੈਠੇ ਡੀਸੀ ਸਾਹਿਬ ਤੁਹਾਡੇ ਸੇਵਾਦਾਰ ਆ, ਤੁਹਾਡੇ 'ਚ ਕੈਪੇਬਿਲਿਟੀ ਹੋਣੀ ਚਾਹੀਦੀ ਆ, ਤੁਹਾਡੇ 'ਚ ਯੋਗਤਾ ਹੋਣੀ ਚਾਹੀਦੀ ਆ ਕਿ ਤੁਹਾਡਾ ਉਹ ਸੇਵਾਦਾਰ ਆ, ਤੁਸੀਂ ਉਹ ਤੋਂ ਕੰਮ ਕਰਾਉਣਾ। ਅਸੀਂ ਡੀਸੀ ਸਾਹਿਬ ਦੇ ਚਰਨ ਪਕੜਦੇ ਹਾਂ, ਅਸੀਂ ਐਮਐਲਏ ਐਮਪੀਆਂ ਦੇ ਚਰਨ ਪਕੜਦੇ ਹਾਂ। ਸੋ ਇਹ ਸਾਰਾ ਕੁਝ ਜਿਹੜਾ ਆ ਸਾਡੀ ਅਵੇਅਰਨੈਸ ਕਰਕੇ ਹੋਇਆ, ਸਾਨੂੰ ਜਾਣਕਾਰੀ ਨਾ ਹੋਣ ਕਰਕੇ ਹੋਇਆ। ਰਹਿਬਰਾਂ ਨੇ ਬਹੁਤ ਤਕੜੀ ਘਾਲਣਾ ਘਾਲ ਕੇ ਸਾਡੇ ਵਾਸਤੇ ਸੰਵਿਧਾਨ ਲਿਆਂਦਾ। ਗੁਰੂ ਸਾਹਿਬਾਨਾਂ ਨੇ, ਗੁਰੂ ਨਾਨਕ ਦੇਵ ਜੀ ਨੇ, ਗੁਰੂ ਗੋਬਿੰਦ ਸਿੰਘ ਜੀ ਨੇ, ਸਾਨੂੰ ਸਾਰੇ ਰਹਿਬਰਾਂ ਨੇ ਬਹੁਤ ਮਤਲਬ ਕਿ ਇਸ ਗੱਲ ਦੀ ਚੇਤਨਾ ਪੈਦਾ ਕੀਤੀ, ਲੇਕਿਨ ਅਸੀਂ ਜਾਗੇ ਨਹੀਂ। ਜਿਵੇਂ ਤੁਸੀਂ ਗੁਰੂਆਂ ਦੀ ਰਹਿਬਰਾਂ ਦੀ ਗੱਲ ਕੀਤੀ ਆ, ਉਹਨਾਂ ਨੇ ਸਾਰੇ ਰਹਿਬਰਾਂ ਨੇ, ਦੇਸ਼ ਭਗਤਾਂ ਨੇ ਆਪਣੀ ਮਿਹਨਤ ਦੇ ਨਾਲ ਐਂਡ ਤੇ ਆ ਕੇ ਸਾਡਾ ਦੇਸ਼ ਜਿਹੜਾ ਆਜ਼ਾਦ ਹੋਇਆ, ਦੇਸ਼ ਭਾਰਤ ਜਿਹੜਾ ਲੋਕਤੰਤਰ ਦੇਸ਼ ਹੈ, ਲੋਕਾਂ ਦੁਆਰਾ, ਲੋਕਾਂ ਦੇ ਵਿੱਚੋਂ ਲੋਕਾਂ ਨੇ ਸਰਕਾਰ ਬਣਾਉਣੀ ਹੁੰਦੀ ਆ, ਲੋਕਾਂ ਨੇ ਐਮਐਲਏ ਐਮਪੀ ਬਣਾਉਣੇ ਹੁੰਦੇ ਨੇ। ਪਰ ਜਦੋਂ ਐਮਐਲਏ ਐਮਪੀ ਬਣ ਕੇ ਉਹ ਰਾਜਗੱਦੀ ਤੇ ਇਦਾਂ ਬਣ ਜਾਂਦਾ ਜਿੱਦਾਂ ਰੱਬ ਹੁੰਦਾ। ਜਿਵੇਂ ਅੱਜ ਦੇਸ਼ ਦਾ ਪ੍ਰਧਾਨ ਮੰਤਰੀ ਉਹ ਬਣ ਕੇ ਬੈਠਾ, ਉਹ ਸੋਚਦਾ ਕਿ ਮੈਂ ਇਕੱਲਾ ਹੀ ਆ ਦੇਸ਼ ਦੇ ਵਿੱਚ, ਨਾਗਰਿਕਤਾ ਖਤਮ, ਦੇਸ਼ ਦੇ ਲੋਕ ਜਿਹੜੇ ਆ ਇਹ ਭਾਰਤੀ ਨਹੀਂ ਹੈਗੇ, ਕਿਉਂਕਿ ਲੋਕ ਤੰਗੀਆਂ ਤੁਰਸ਼ੀਆਂ ਕਿਵੇਂ ਕੱਟ ਰਹੇ ਨੇ, ਇਹ ਗੱਲ ਅਲੱਗ ਹੈਗੀ ਆ। ਪਰ ਇਹ ਦੂਜਾ ਪੱਖ ਇਹ ਹੈ ਕਿ ਪਹਿਲਾਂ ਤੋਂ ਜੇ ਕਿਤੇ ਲੋਕਾਂ ਨੇ ਲੀਡਰਾਂ ਨੂੰ ਸਮਝਿਆ ਹੁੰਦਾ ਕਿ ਸਾਡੇ ਸੇਵਾਦਾਰ ਨੇ, ਅਸੀਂ ਹੀ ਬਣਾਏ ਨੇ, ਵੋਟਾਂ ਨਾਲ ਬਣਾਏ ਨੇ, ਜਦ ਕਿ ਲੋਕਤੰਤਰ ਸੰਵਿਧਾਨ ਦੇ ਵਿੱਚ ਵੀ ਹੈ ਕਿ 5 ਸਾਲ ਬਾਅਦ ਫਿਰ ਉਹਨਾਂ ਨੇ ਮੁੜ ਕੇ ਆਉਣਾ ਹੁੰਦਾ। ਬਾਰ-ਬਾਰ 70 ਸਾਲ 72 ਸਾਲ ਦੀ ਆਜ਼ਾਦੀ ਦੇ ਵਿੱਚ ਅਨੇਕਾਂ ਵਾਰ ਦੁਬਾਰਾ ਲੋਕਾਂ ਨੇ ਰਿਪੀਟ ਹੋਇਆ, ਲੋਕਾਂ ਨੇ ਸਮਝਿਆ ਵੀ ਹੈ। ਪਰ ਅੱਜ ਫਿਰ ਵੀ ਲੋਕ ਸਮਝਣ ਨੂੰ ਕਿਉਂ ਨਹੀਂ ਤਿਆਰ? ਲੋਕ ਆਪਣੇ ਬਣਾਏ ਐਮਐਲਏ ਐਮਪੀ ਨੂੰ ਰੱਬ ਹੀ ਸਮਝਦੇ ਰਹਿੰਦੇ, ਤੇ ਉਹ ਵੀ ਫਿਰ ਉਹ ਦੇਖਦਾ ਕਿ ਇਹਨਾਂ ਨੂੰ ਕੁਝ ਨਹੀਂ ਪਤਾ, ਵੀ ਉਹ ਵੀ ਫਿਰ ਆਪਣੀ ਚਮਦੀ ਜੁੱਤੀ ਚਲਾਉਂਦਾ ਰਹਿੰਦਾ। ਇਹੀ ਕਾਰਨ ਆ ਕਿ ਇਸ ਦੇਸ਼ ਦੇ ਅੰਦਰ ਬਹੁਤ ਵਰਗਾਂ ਨੂੰ, ਬਹੁਤ ਸਾਰੇ ਲੋਕਾਂ ਨੂੰ ਅਨਪੜ੍ਹ ਰੱਖਣ ਦੀ ਸਾਜ਼ਿਸ਼ ਦੇ ਵਿੱਚ ਅੱਜ ਤੱਕ ਸਰਕਾਰਾਂ ਕਾਮਯਾਬ ਹੋਈਆਂ, ਤਾਂ ਕਿ ਉਹ ਆਪਣੇ ਹੱਕਾਂ ਹਕੂਕਾਂ ਨੂੰ ਜਾਣ ਕੇ ਸੰਘਰਸ਼ ਦੇ ਰਾਸਤੇ ਨਾ ਪੈਣ, ਅੰਦੋਲਨ ਦੇ ਰਾਸਤੇ ਨਾ ਪੈਣ। ਮੈਨੂੰ ਇਸ ਗੱਲ ਦੀ ਹੈਰਾਨੀ ਹੋ ਰਹੀ ਆ ਕਿ ਬੀਜੇਪੀ ਸਰਕਾਰ ਦੇ ਅੰਦਰ ਜਿੰਨੇ ਵੀ ਐਮਪੀ ਆ ਉਹਨਾਂ ਵਿੱਚੋਂ ਕੋਈ ਖੇਤੀ ਨਹੀਂ ਕਰ ਰਿਹਾ, ਕੋਈ ਕਿਸਾਨ ਨਹੀਂ। ਅੱਜ ਤੱਕ 75 ਦਿਨ ਦੇ ਅੰਦਰ ਚਾਹੇ ਆਪਣਾ ਕੋਈ ਪ੍ਰੋਫੈਸਰ ਰੱਖ ਕੇ ਸੰਵਿਧਾਨ ਨੂੰ ਪੜ੍ਹ ਕੇ ਰਿਜ਼ਾਈਨ ਕਰ ਦਿੰਦੇ। ਮੋਦੀ ਸਰਕਾਰ ਦੀ ਕੀ ਔਕਾਤ ਹੈ ਕਿ ਮੋਦੀ ਸਰਕਾਰ ਅੱਜ ਰੱਦ ਨਾ ਕਰਦੀ? ਮੇਰਾ ਖਿਆਲ ਹੈ ਉਹਦੇ ਅੰਦਰ ਮੈਂ ਐਸੀ ਭਾਈਚਾਰੇ ਦੇ ਵੀ ਐਮਐਲਏ ਐਮਪੀਆਂ ਨੂੰ ਕਹਿਣਾ ਚਾਹੁੰਦਾ, ਜਿਹੜੇ ਵੀ ਬੀਜੇਪੀ ਸਰਕਾਰ 'ਚ ਬੈਠੇ ਆ, ਜੇ ਉਹ ਅੱਜ ਵੀ ਸੰਵਿਧਾਨ ਨੂੰ ਪੜ੍ਹ ਕੇ, ਖੇਤੀ ਕਾਨੂੰਨਾਂ 'ਤੇ ਸਟੱਡੀ ਕਰਕੇ ਅੱਜ ਵੀ ਰਿਜ਼ਾਈਨ ਕਰ ਦੇਣ, ਮੇਰਾ ਖਿਆਲ ਆ ਤਾਂ ਮੋਦੀ ਦੀ ਔਕਾਤ ਹੀ ਹੈ ਨਹੀਂ ਕਿ ਰੱਦ ਨਾ ਹੋਣ। ਜੇ ਸਰਕਾਰ ਹੀ ਡਿੱਗ ਜਾਵੇ ਤਾਂ ਕਾਨੂੰਨ ਕਿੱਥੇ ਰਹਿਣਗੇ, ਕਾਨੂੰਨ ਕਿੱਥੇ ਸਟੈਂਡ ਕਰਨਗੇ? ਮਤਲਬ ਅੱਜ ਵੀ ਚਾਹੀਦਾ, ਜੇ ਮੈਂ ਕੋਈ ਐਮਐਲਏ ਐਮਪੀ ਹੋਵਾਂ ਤਾਂ ਮੇਰੇ ਰਾਜ ਵਿੱਚ ਇੱਦਾਂ ਹੁੰਦੀ ਹੋਵੇ, ਮੈਂ ਤਾਂ 1 ਮਿੰਟ ਤੋਂ ਪਹਿਲਾਂ ਰਿਜ਼ਾਈਨ ਕਰ ਦੇਵਾਂ ਨੈਤਿਕਤਾ ਦੇ ਆਧਾਰ 'ਤੇ। ਲੇਕਿਨ ਅੱਜ ਵੀ ਲੋਕ ਜਿਹੜੇ ਜਾਗੇ ਨਹੀਂ। ਬੜੀ ਹੈਰਾਨੀ ਹੋ ਰਹੀ ਆ। ਕਿਸਾਨ ਜਥੇਬੰਦੀਆਂ ਵੱਲੋਂ ਐਮਐਲਏ ਐਮਪੀਆਂ ਦੇ ਘਰਾਂ ਦੇ ਬਾਹਰ ਜਿਹੜੇ ਆ ਧਰਨੇ ਲਾਏ ਗਏ ਆ। ਫਿਰ ਕੁਝ ਲੋਕਾਂ ਨੇ ਬੇਸ਼ਰਮੀ ਮਤਲਬ ਕਿ ਜਿਹੜਾ ਰਿਜ਼ਾਈਨ ਕੀਤਾ। ਅਦਰਵਾਈਜ਼ ਲੋਕ ਫਿਰ ਕੰਨਾਂ ਦੇ ਵਿੱਚ ਉਂਗਲੀਆਂ ਦੇ ਕੇ, ਅੱਖਾਂ ਦੇ ਮੂਹਰੇ ਉੱਤੇ ਪੱਟੀ ਬੰਨ੍ਹ ਕੇ ਦੌੜੇ ਫਿਰਦੇ ਬੀਜੇਪੀ ਦੇ ਰਾਜ 'ਚ। ਦੇਖੋ ਲੋਕਾਂ ਨੂੰ ਜ਼ਰੂਰੀ ਇਹਨਾਂ ਐਮਐਲਏ ਐਮਪੀਆਂ ਦਾ ਰਾਈਟ ਬਣਦਾ ਸੀ ਕਿ ਅਸੀਂ, ਲੋਕਾਂ ਨੇ ਸਾਨੂੰ ਚੁਣਿਆ, ਅਸੀਂ ਲੋਕਾਂ ਦੇ ਹਿੱਤਾਂ ਵਿੱਚ ਰਿਜ਼ਾਈਨ ਦਈਏ, ਪਰ ਕਿਸੇ ਨੇ ਰਿਜ਼ਾਈਨ ਨਹੀਂ ਦਿੱਤਾ। ਚਾਹੇ ਉਹ ਐਸਸੀ ਭਾਈਚਾਰੇ ਦੇ ਐਮਐਲਏ ਐਮਪੀ ਹੋਣ, ਚਾਹੇ ਜਨਰਲ ਕੈਟਾਗਰੀ ਦੇ ਹੋਣ, ਚਾਹੇ ਉਹ ਜਿਹੜੇ ਕਿਸੇ ਵੀ ਕੈਟਾਗਰੀ ਦੇ ਹੋਣ। ਬਹੁਤ ਸਾਰੇ ਲੋਕਾਂ ਨੇ ਜਿਨ੍ਹਾਂ ਦੀ ਜ਼ਮੀਰ ਜਾਗਦੀ ਸੀ, ਕੁਛ % ਲੋਕਾਂ ਨੇ ਜਿਹੜੇ ਰਿਜ਼ਾਈਨ ਦਿੱਤੇ ਆ। ਹੁਣ ਵੀ ਜਿਹੋ ਜਿਹੇ ਹਾਲਾਤ ਹੋ ਰਹੇ ਆ ਸਿੰਘੂ ਬਾਰਡਰ ਦੇ ਉੱਤੇ, ਟਿੱਕਰੀ ਬਾਰਡਰ ਦੇ ਉੱਤੇ, ਇਹ ਤਾਂ ਸਿੱਧਾ ਲੋਕਤੰਤਰ ਦਾ ਘਾਣ ਹੋ ਰਿਹਾ। ਸਾਡੀ ਸਮਝ ਕਿਸੇ ਨੂੰ ਇਹ ਧੌਂਸ ਦੇਣੀ ਚਾਹੁੰਦੇ ਕਿ ਤੁਸੀਂ ਵਿਕਾਸ ਕੀਤਾ ਜੀ। ਕਾਹਦਾ ਤੁਸੀਂ ਵਿਕਾਸ ਕੀਤਾ? ਲੋਕਾਂ ਦੇ ਜਿਹੜਾ ਟੈਕਸ ਦਾ ਪੈਸਾ ਅਗਰ ਨਾ ਆਵੇ ਤਾਂ ਤੁਸੀਂ ਕਿੱਥੋਂ ਕਰ ਦੋਗੇ ਜੀ ਵਿਕਾਸ? ਇਹ ਲੋਕਾਂ ਨੂੰ ਸਮਝਣ ਦੀ ਲੋੜ ਹੈਗੀ ਆ। ਲੋਕ ਇਹਨਾਂ ਦੇ ਪਿੱਛੇ ਚਾਲਾਂ ਦੇ ਵਿੱਚ ਆ ਜਾਂਦੇ ਨੇ। ਬਿਲਕੁਲ ਲੋਕ ਚਾਲਾਂ ਦੇ ਵਿੱਚ ਆਉਂਦੇ ਆ। 70-75 ਦਿਨ ਦਾ ਐਜੀਟੇਸ਼ਨ ਹਜੇ ਹੋਰ ਵੀ ਪਤਾ ਨਹੀਂ ਕਿੰਨਾ ਲੰਬਾ ਚੱਲਣਾ। ਲੋਕਾਂ ਨੂੰ ਇਹਦੇ ਵਿੱਚੋਂ ਸਿੱਖਣਾ ਚਾਹੀਦਾ, ਜਾਗਰਤ ਹੋਣਾ ਚਾਹੀਦਾ, ਔਰ ਆਪਣੇ ਹੱਕਾਂ ਪ੍ਰਤੀ ਵੱਧ ਤੋਂ ਵੱਧ ਜਿਹੜੇ ਵੀ ਲਾਗੇ ਤੁਹਾਡੇ ਲੋਕ ਸੰਵਿਧਾਨ ਨੂੰ ਫੋਲੋ ਕਰਦੇ ਆ, ਜਿਹੜੇ ਜਾਣਦੇ ਆ, ਜਿਹੜੇ ਇਹਨਾਂ ਸੰਘਰਸ਼ਾਂ 'ਚ ਲੋਕਾਂ ਬਹੁਤ ਸਾਰੇ ਹੋਰ ਲੋਕ ਆ ਜਿਹੜੇ ਸੰਘਰਸ਼ਾਂ ਦੇ ਆਦੀ ਆ, ਕਿਸਾਨ ਜਥੇਬੰਦੀਆਂ ਕਰਦੀਆਂ, ਮਜ਼ਦੂਰ ਜਥੇਬੰਦੀਆਂ ਕਰਦੀਆਂ, ਉਹਨਾਂ ਦੇ ਲਾਗੇ ਹੋ ਕੇ, ਇਕੱਠੇ ਹੋ ਕੇ, ਏਕੇ ਦੇ ਨਾਲ ਇਸ ਸੰਘਰਸ਼ ਨੂੰ ਵੀ ਜਿੱਤਣ ਦੀ ਲੋੜ ਹੈ। ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਵੈਰੀ ਮਚ। ਬਹੁਤ ਬਹੁਤ ਧੰਨਵਾਦ ਜੀ। ਇਹਨੇ ਸਰਪੰਚ ਕਾਂਤੀ ਮੋਹਨ ਮਠੱਡਾ ਕਲਾਂ,
ਜਿਹੜੇ ਧਰਨਿਆਂ ਦੇ ਮਾਹਰ ਮੰਨੇ ਜਾਂਦੇ ਨੇ ਔਰ ਬਾਬਾ ਸਾਹਿਬ ਭੀਮ ਰਾਓ ਡਾਕਟਰ ਅੰਬੇਡਕਰ ਜੀ ਦੁਆਰਾ ਦਿੱਤੇ ਸੰਵਿਧਾਨ ਨੂੰ ਇਹ ਪਹਿਲਾਂ ਤੋਂ ਹੀ ਫੋਲੋ ਕਰਦੇ ਨੇ ਤੇ ਲੋਕਾਂ ਨੂੰ ਵੀ ਪ੍ਰੇਰਿਤ ਕਰਦੇ ਨੇ ਕਿ ਕਾਨੂੰਨ ਹੀ ਸਾਡੀ ਰੱਖਿਆ ਕਰ ਸਕਦਾ। ਤੇ ਆਓ ਸੱਚੀ ਮੁੱਚੀ ਇਹ ਜਿਹੜਾ ਬਹੁਤ ਵੱਡਾ ਸੈਮੀਨਾਰ, ਜਿਹੜਾ ਬਹੁਤ ਵੱਡਾ ਧਰਨਾ ਲੱਗਾ, ਇਹਨੂੰ ਸੈਮੀਨਾਰ ਦੇ ਰੂਪ ਦੇ ਵਿੱਚ ਬਦਲ ਕੇ ਇਹਨੂੰ ਉੱਤੇ ਕੁਝ ਸਿੱਖੀਏ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਰਕਾਰਾਂ ਦੀਆਂ ਚਾਲਾਂ ਨੂੰ ਸਮਝ ਸਕੀਏ, ਲੋਕਾਂ ਦੇ ਕਾਇਦਾ ਕਾਨੂੰਨ ਜਿਹੜੇ ਨੇ ਉਹਨਾਂ ਨੂੰ ਬਰਕਰਾਰ ਰੱਖ ਸਕੀਏ, ਲੋਕਾਂ ਦੇ ਹੱਕਾਂ ਦੀ ਰਾਖੀ ਰੱਖ ਸਕੀਏ। ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਦੇਖਦੇ ਰਹੋ NKN TV। ਮੈਂ ਤੁਹਾਡਾ ਆਪਣਾ ਨਿਰਮਲ ਗੁੜਾ, ਮੇਰੇ ਨਾਲ ਕੈਮਰਾਮੈਨ ਕੁੱਕੂ ਦੁਸਾਂਝ। ਕਦੇ ਵੇਖਦੇ ਸੀ ਸਿਰਫ ਇੰਟਰਨੈਟ ਤੇ ਜਾਂ ਫਿਰ ਵਿਦੇਸ਼ਾਂ ਵਿੱਚ, ਹੁਣ ਇੱਥੇ ਵੀ ਤੁਸੀਂ ਸਜਾ ਸਕਦੇ ਹੋ ਆਪਣੇ ਘਰਾਂ, ਦੁਕਾਨਾਂ ਤੇ ਦਫ਼ਤਰਾਂ ਨੂੰ। ਜੀ ਹਾਂ, 3D ਵਾਲਪੇਪਰ ਦੇ ਨਾਲ ਮਨਪਾਉਂਦੇ ਡਿਜ਼ਾਈਨ ਕਰਵਾਉਣ ਲਈ ਮਿਲੋ BI ਗ੍ਰਾਫਿਕ ਸੋਲੂਸ਼ਨ, ਬੜਾ ਪਿੰਡ ਨੇੜੇ ਯੂਨੀਅਨ ਬੈਂਕ। ਇੱਥੇ 3D ਵਾਲਪੇਪਰ, ਫਲੈਕਸ ਪ੍ਰਿੰਟਿੰਗ, ਕਲਰ ਪੋਸਟਰ, ਵਿਜ਼ਿਟਿੰਗ ਕਾਰਡ, ਮੈਰਿਜ ਕਾਰਡ, ਇਨਵੀਟੇਸ਼ਨ ਕਾਰਡ, ਬਿੱਲ ਬੁੱਕ, ਰਸੀਦ ਬੁੱਕ ਅਤੇ ਹਰ ਤਰ੍ਹਾਂ ਦਾ ਪ੍ਰਿੰਟਿੰਗ ਦਾ ਕੰਮ ਤਸੱਲੀ ਬਖਸ਼ ਕੀਤਾ ਜਾਂਦਾ ਹੈ। ਟੂਰਨਾਮੈਂਟ, ਮੇਲੇ ਤੇ ਹਰ ਤਰ੍ਹਾਂ ਦੇ ਸਮਾਗਮ ਦੀਆਂ ਫਲੈਕਸਾਂ ਅਤੇ ਪੋਸਟਰ ਵੱਖ-ਵੱਖ ਥਾਵਾਂ ਤੇ ਲਗਾਉਣ ਲਈ ਕਾਰੀਗਰਾਂ ਦਾ ਖਾਸ ਪ੍ਰਬੰਧ ਹੈ। ਸੇਵਾ ਦਾ ਮੌਕਾ ਦਿਓ। BI ਗ੍ਰਾਫਿਕ ਸੋਲੂਸ਼ਨ, ਬੜਾ ਪਿੰਡ ਨੇੜੇ ਯੂਨੀਅਨ ਬੈਂਕ। ਸੰਪਰਕ ਨੰਬਰ 01826 266 062 ਅਤੇ 98 550 92934।